ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ ਅੜਕਵਾਸ ਆਪਣੇ YouTube ਚੈਨਲ 'ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। ਮਾਸਟਰ ਕੇਡਰ ਸਮਾਜਿਕ ਸਿੱਖਿਆ ਪੰਜਾਬੀ ਅਤੇ PS ਟੈਟ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਕਿਰਪਾ ਕਰਕੇ ਉਹ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਇਸ ਤੋਂ ਪਹਿਲਾਂ PS ਟੈਟ, ਮਾਸਟਰ ਕੇਡਰ ਸਮਾਜਿਕ ਸਿੱਖਿਆ ਅਤੇ ਪੰਜਾਬੀ ਦੇ ਨਾਲ ਸੰਬੰਧਿਤ ਬਹੁਤ ਸਾਰੀ ਵੀਡੀਓਜ਼ ਅਸੀਂ ਆਪਣੇ ਚੈਨਲ 'ਤੇ ਅਪਲੋਡ ਕਰ ਚੁੱਕੇ ਹਾਂ ਜੀ। ਆਪ ਸਭ ਨੇ ਉਹ ਵੀਡੀਓਜ਼ ਜ਼ਰੂਰ ਵੇਖ ਲੈਣੀਆਂ ਤਾਂ ਕਿ ਤੁਹਾਡੀ ਤਿਆਰੀ ਵਧੀਆ ਢੰਗ ਦੇ ਨਾਲ ਹੋ ਸਕੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ 7ਵੀਂ ਸਪੈਸ਼ਲ ਟੈਸਟ ਸੀਰੀਜ਼ ਸਮਾਜਿਕ ਸਿੱਖਿਆ। ਇਸ ਤੋਂ ਪਹਿਲਾਂ ਸਾਡੀਆਂ 6 ਸਪੈਸ਼ਲ ਟੈਸਟ ਸੀਰੀਜ਼ ਹੋ ਚੁੱਕੀਆਂ ਨੇ ਜੀ। ਅੱਜ ਦੀ ਵੀਡੀਓ ਦੇ ਵਿੱਚ ਬਹੁਤ ਹੀ ਮਹੱਤਵਪੂਰਨ 25 ਪ੍ਰਸ਼ਨ ਅਸੀਂ ਸਿਲੈਕਟ ਕੀਤੇ ਆ ਜੀ, ਜੋ ਆਮ ਤੌਰ 'ਤੇ ਪੇਪਰਾਂ ਦੇ ਵਿੱਚ ਆਉਂਦੇ ਆ ਅਤੇ ਹੁਣ ਤੱਕ ਦੇ ਸਾਡੇ ਸਿਲੇਬਸ ਆ ਜੋ ਕਵਰ ਹੋ ਚੁੱਕਿਆ, ਉਹ ਸਾਰੇ ਪ੍ਰਸ਼ਨ ਉਸ ਦੇ ਵਿੱਚੋਂ ਹੀ ਸਿਲੈਕਟ ਕੀਤੇ ਗਏ ਹਨ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਕੱਲ੍ਹ ਜੋ ਟੈਸਟ ਸੀਰੀਜ਼ ਹੋਈ ਸੀ ਉਸ ਦਾ ਟੈਸਟ ਅਸੀਂ ਆਪਣੇ WhatsApp ਗਰੁੱਪ ਦੇ ਵਿੱਚ ਅਪਲੋਡ ਕਰ ਚੁੱਕੇ ਹਾਂ ਜੀ, ਜਿਸ ਦਾ ਰਿਜ਼ਲਟ ਅੱਜ 8 ਵਜੇ ਡਿਕਲੇਅਰ ਕੀਤਾ ਜਾਣਾ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਕਿਸ ਸਮਰਾਟ ਨੂੰ ਸਿਕੰਦਰ ਦੂਜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ? ਸੋ ਉਹ ਕਿਹੜਾ ਸਮਰਾਟ ਹੈ ਜੀ ਜਿਸ ਨੂੰ ਸਿਕੰਦਰ ਦੂਜਾ ਵੀ ਕਿਹਾ ਜਾਂਦਾ? ਜਲਾਲਉਦੀਨ ਖਿਲਜੀ, ਮੁਹੰਮਦ ਮੁਬਾਰਕ ਖਿਲਜੀ, ਅਲਾਉਦੀਨ ਖਿਲਜੀ, ਸਿਕੰਦਰ ਲੋਧੀ। ਸੋ ਉਹ ਕਿਹੜਾ ਸਮਰਾਟ ਹੈ ਜੀ ਜਿਸ ਨੂੰ ਸਿਕੰਦਰ ਦੂਜਾ ਦੇ ਨਾਮ ਨਾਲ ਜਾਣਿਆ ਜਾਂਦਾ? ਸੋ ਰਾਈਟ ਆਨਸਰ ਹੈ ਜੀ ਅਲਾਉਦੀਨ ਖਿਲਜੀ। ਅਲਾਉਦੀਨ ਖਿਲਜੀ ਨੂੰ ਸਿਕੰਦਰ ਦੂਜਾ ਵੀ ਕਿਹਾ ਜਾਂਦਾ ਜੀ। ਮੁਹੰਮਦ ਬਿਨ ਤੁਗਲਕ ਨੇ ਦਿੱਲੀ ਨੂੰ ਬਦਲ ਕੇ ਕਿਸ ਸਥਾਨ ਨੂੰ ਆਪਣੀ ਰਾਜਧਾਨੀ ਬਣਾਇਆ ਸੀ? ਔਰੰਗਾਬਾਦ, ਦੌਲਤਾਬਾਦ, ਸਹਾਰਨਪੁਰ, ਵਿਦਿਸ਼ਾ। ਸੋ ਰਾਈਟ ਆਨਸਰ ਹੈ ਜੀ ਦੌਲਤਾਬਾਦ। ਮੁਹੰਮਦ ਬਿਨ ਤੁਗਲਕ ਨੇ ਜੋ ਉਸ ਦੀ ਪਹਿਲੀ ਰਾਜਧਾਨੀ ਸੀ ਦਿੱਲੀ ਨੂੰ ਬਦਲ ਕੇ ਉਸ ਨੇ ਆਪਣੀ ਰਾਜਧਾਨੀ ਦੌਲਤਾਬਾਦ ਨਗਰ ਨੂੰ ਬਣਾ ਲਿਆ ਸੀਗਾ, ਕਿਉਂਕਿ ਦਿੱਲੀ ਦੀ ਜਨਤਾ ਨੇ, ਇਹ ਵੀ ਇੱਕ ਵਿਚਾਰ ਪ੍ਰਚਲਿਤ ਹੈ ਜੀ ਕਿ ਦਿੱਲੀ ਦੀ ਜਨਤਾ ਨੇ ਮੁਹੰਮਦ ਬਿਨ ਤੁਗਲਕ ਦਾ ਬਹੁਤ ਅਪਮਾਨ ਕੀਤਾ ਸੀਗਾ, ਇਸ ਕਰਕੇ ਉਸ ਨੇ ਆਪਣੀ ਰਾਜਧਾਨੀ ਬਦਲੀ। ਦੂਜਾ ਕਾਰਨ ਸੀ ਕਿ ਮੰਗੋਲਾਂ ਨੇ ਹਮਲੇ ਕਾਰਨ ਜੋ ਦਿੱਲੀ ਆ ਉਹ ਸਥਾਨ ਸੁਰੱਖਿਅਤ ਨਹੀਂ ਰਿਹਾ ਸੀਗਾ। ਮੰਗੋਲਾਂ ਦੇ ਹਮਲਿਆਂ ਕਾਰਨ ਦਿੱਲੀ ਦਾ ਸਥਾਨ ਰਾਜਧਾਨੀ ਦੇ ਤੌਰ 'ਤੇ ਸੁਰੱਖਿਅਤ ਨਹੀਂ ਰਿਹਾ ਸੀਗਾ। ਇਸ ਕਰਕੇ ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਬਦਲ ਕੇ ਦੌਲਤਾਬਾਦ ਰੱਖ ਲਿਆ ਸੀਗਾ। ਪਹਿਲਾਂ ਦੌਲਤਾਬਾਦ ਦਾ ਨਾਮ ਸੀਗਾ ਜੀ ਦੇਵਗਿਰੀ, ਯਾਦ ਰੱਖੋ ਜੀ। ਪਹਿਲਾਂ ਦੌਲਤਾਬਾਦ ਦਾ ਨਾਮ ਸੀਗਾ ਦੇਵਗਿਰੀ। ਜਦੋਂ ਰਾਜਧਾਨੀ ਬਣਾਇਆ ਮੁਹੰਮਦ ਬਿਨ ਤੁਗਲਕ ਨੇ ਤਾਂ ਉਸ ਦਾ ਨਾਮ ਦੌਲਤਾਬਾਦ ਰੱਖਿਆ ਗਿਆ ਸੀ। ਸੰਗਮ ਸਾਹਿਤ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਸੀ? ਤਾਮਿਲ, ਪ੍ਰਾਕ੍ਰਿਤ, ਪਾਲੀ, ਸੰਸਕ੍ਰਿਤ। ਜੋ ਸੰਗਮ ਸਾਹਿਤ ਆ ਜੀ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਸੀ? ਤਾਮਿਲ ਭਾਸ਼ਾ ਵਿੱਚ। ਬਹੁਤ ਮਹੱਤਵਪੂਰਨ ਹੈ ਜੀ, ਬਹੁਤ ਵਾਰ ਪੇਪਰ ਦੇ ਵਿੱਚ ਇਹ ਪ੍ਰਸ਼ਨ ਆ ਚੁੱਕਿਆ। ਸੰਗਮ ਸਾਹਿਤ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ? ਤਾਮਿਲ ਦੇ ਵਿੱਚ। ਤਾਮਿਲ ਦਾ ਅਰਥ ਹੈ ਜੀ ਵਿਦਵਾਨਾਂ ਦੀ ਪ੍ਰੀਸ਼ਦ। ਤਾਮਿਲ ਦਾ ਅਰਥ ਹੈ ਵਿਦਵਾਨਾਂ ਦੀ ਪ੍ਰੀਸ਼ਦ, ਵਿਦਵਾਨਾਂ ਦੀ ਪ੍ਰੀਸ਼ਦ ਜੀ। ਚਾਂਦੀ ਦਾ ਸਿੱਕਾ ਸਭ ਤੋਂ ਪਹਿਲਾਂ ਕਿਹੜੇ ਸਮਰਾਟ ਨੇ ਚਲਾਇਆ? ਚਾਂਦੀ ਦਾ ਸਿੱਕਾ ਕਿਹੜੇ ਸਮਰਾਟ ਨੇ ਸਭ ਤੋਂ ਪਹਿਲਾਂ ਚਲਾਇਆ ਸੀਗਾ ਜੀ? ਸਿਕੰਦਰ ਲੋਧੀ, ਹਿਮਾਯੂ, ਸ਼ੇਰਸ਼ਾਹ ਸੂਰੀ, ਅਕਬਰ। ਸੋ ਰਾਈਟ ਹੈ ਜੀ ਸ਼ੇਰਸ਼ਾਹ ਸੂਰੀ। ਵੀਡੀਓ ਦੇ ਅਖੀਰ ਦੇ ਵਿੱਚ ਤੁਹਾਨੂੰ 5 ਪ੍ਰਸ਼ਨ ਜ਼ਰੂਰ ਪੁੱਟ ਕੀਤੇ ਜਾਣਗੇ ਜੀ, ਸੋ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਵੇਖਣਾ। ਨੂਰ ਜਹਾਂ ਕਿਸ ਮੁਗਲ ਸਮਰਾਟ ਦੀ ਪਤਨੀ ਸੀ? ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ। ਨੂਰ ਜਹਾਂ ਕਿਸ ਦੀ ਪਤਨੀ ਸੀ ਜੀ? ਜਹਾਂਗੀਰ ਦੀ। 1611 ਦੇ ਵਿੱਚ ਨੂਰ ਜਹਾਂ ਦਾ ਜਹਾਂਗੀਰ ਦੇ ਨਾਲ ਵਿਆਹ ਹੋਇਆ ਸੀ। ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਜੀ। 1611 ਦੇ ਵਿੱਚ ਜਦੋਂ ਨੂਰ ਜਹਾਂ ਦਾ ਜਹਾਂਗੀਰ ਦੇ ਨਾਲ ਵਿਆਹ ਹੋਇਆ ਸੀ ਤਾਂ ਉਹ ਨੂਰ ਜਹਾਂ ਦੀ ਦੂਜੀ ਸ਼ਾਦੀ ਸੀ।
ਇਸ ਤੋਂ ਪਹਿਲਾਂ ਨੂਰ ਜਹਾਂ ਦਾ ਵਿਆਹ ਹੋਇਆ ਸੀ ਜੀ, ਕਿਸ ਦੇ ਨਾਲ ਹੋਇਆ ਸੀ? ਸ਼ੇਰ ਅਫਗਾਨ ਦੇ ਨਾਲ। ਸ਼ੇਰ ਅਫਗਾਨ ਦੇ ਨਾਲ ਨੂਰ ਜਹਾਂ ਦੀ ਪਹਿਲੀ ਸ਼ਾਦੀ ਹੋਈ ਸੀ ਅਤੇ 1611 ਦੇ ਵਿੱਚ ਨੂਰ ਜਹਾਂ ਦਾ ਦੂਜਾ ਵਿਆਹ ਜਹਾਂਗੀਰ ਦੇ ਨਾਲ ਹੋਇਆ ਸੀ। ਨੈਕਸਟ ਕਰਾਂਗੇ ਜੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਅਤੇ ਸਾਡੇ WhatsApp ਗਰੁੱਪ ਦੇ ਵਿੱਚ ਜੋ ਇਸ ਟੈਸਟ ਸੀਰੀਜ਼ ਦਾ ਟੈਸਟ ਹੋਣਾ ਜੀ, ਤਾਂ ਤੁਸੀਂ ਸਾਰੇ ਉਸ ਟੈਸਟ ਨੂੰ ਜ਼ਰੂਰ ਅਟੈਂਪਟ ਕਰਿਓ, ਤਾਂ ਕਿ ਤੁਹਾਡੀ ਤਿਆਰੀ ਵਧੀਆ ਢੰਗ ਨਾਲ ਹੋ ਸਕੇ। ਨੈਕਸਟ ਕਰਾਂਗੇ ਜੀ। ਕਿਸ ਚੀਨੀ ਬੋਧੀ ਯਾਤਰੀ ਨੇ ਹਰਸ਼ਵਰਧਨ ਦੇ ਸਾਮਰਾਜ ਦਾ ਦੌਰਾ ਕੀਤਾ ਸੀ? ਉਹ ਕਿਹੜਾ ਚੀਨੀ ਯਾਤਰੀ ਸੀਗਾ ਜੋ ਹਰਸ਼ਵਰਧਨ ਦੇ ਰਾਜ ਦਰਬਾਰ ਵਿੱਚ ਆਇਆ ਸੀਗਾ? ਇਤਸਿੰਗ, ਫਾਹੀਆਨ, ਹਿਊਨ-ਸਾਂਗ, ਬਾਣਭੱਟ। ਸੋ ਰਾਈਟ ਆਨਸਰ ਹੈ ਜੀ ਹਿਊਨ-ਸਾਂਗ। ਹਿਊਨ-ਸਾਂਗ ਚੀਨੀ ਬੋਧੀ ਯਾਤਰੀ ਸੀ ਜੋ ਹਰਸ਼ਵਰਧਨ ਦੇ ਸਾਮਰਾਜ ਦਾ ਦੌਰਾ ਕਰਨ ਆਇਆ ਸੀ। ਹਿਊਨ-ਸਾਂਗ ਦੀ ਪ੍ਰਸਿੱਧ ਰਚਨਾ ਕਿਹੜੀ ਹੈ ਜੀ? ਸੀ-ਜੂ ਕੀ। ਹਿਊਨ-ਸਾਂਗ ਦੀ ਪ੍ਰਸਿੱਧ ਰਚਨਾ ਸੀ-ਜੂ ਕੀ ਸੀਗਾ ਜੀ। ਅਤੇ ਹਿਊਨ-ਸਾਂਗ ਨੂੰ ਕੀ ਕਿਹਾ ਜਾਂਦਾ ਜੀ? ਯਾਤਰੀਆਂ ਦਾ ਰਾਜਕੁਮਾਰ। ਹਿਊਨ-ਸਾਂਗ ਨੂੰ ਯਾਤਰੀਆਂ ਦਾ ਰਾਜਕੁਮਾਰ ਵੀ ਕਿਹਾ ਜਾਂਦਾ ਜੀ। ਅਤੇ ਉਸ ਨੂੰ ਵਰਤਮਾਨ ਸਾਕਿਆ ਮੁਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜੀ। ਜ਼ਰੂਰ ਯਾਦ ਰੱਖਿਓ, ਹਿਊਨ-ਸਾਂਗ ਅਜਿਹਾ ਚੀਨੀ ਬੋਧੀ ਯਾਤਰੀ ਸੀ ਜਿਸ ਨੇ ਹਰਸ਼ਵਰਧਨ ਦੇ ਰਾਜ ਦਰਬਾਰ ਦਾ ਦੌਰਾ ਕੀਤਾ। ਉਸ ਦੀ ਪ੍ਰਸਿੱਧ ਰਚਨਾ ਸੀ ਸੀ-ਜੂ ਕੀ। ਅਤੇ ਹਿਊਨ-ਸਾਂਗ ਨੂੰ ਯਾਤਰੀਆਂ ਦਾ ਯੁਵਰਾਜ ਜਾਂ ਯਾਤਰੀਆਂ ਦਾ ਰਾਜਕੁਮਾਰ ਵੀ ਕਿਹਾ ਜਾਂਦਾ, ਅਤੇ ਉਸ ਨੂੰ ਵਰਤਮਾਨ ਸਾਕਿਆ ਮੁਨੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ। ਹਰਸ਼ਵਰਧਨ ਦੀ ਆਰੰਭਕ ਰਾਜਧਾਨੀ ਕਿਹੜੀ ਸੀ? ਹਰਸ਼ਵਰਧਨ ਵਰਧਨ ਵੰਸ਼ ਦਾ ਪ੍ਰਸਿੱਧ ਸਮਰਾਟ ਹੋਇਆ ਜੀ। ਉਸ ਦੀ ਆਰੰਭਕ ਰਾਜਧਾਨੀ ਕਿਹੜੀ ਸੀ? ਪ੍ਰਯਾਗ, ਕਨੌਜ, ਥਾਨੇਸਵਰ, ਮਥੁਰਾ। ਸੋ ਰਾਈਟ ਆਨਸਰ ਹੈ ਜੀ ਥਾਨੇਸਵਰ। ਹਰਸ਼ਵਰਧਨ ਦੀ ਆਰੰਭਕ ਰਾਜਧਾਨੀ ਸੀ ਥਾਨੇਸਵਰ। ਉਸ ਤੋਂ ਬਾਅਦ ਆਪਣੀ ਭੈਣ ਰਾਜਸ਼ਰੀ ਦੇ ਕਹਿਣ 'ਤੇ ਉਸਨੇ ਆਪਣੀ ਰਾਜਧਾਨੀ ਬਦਲ ਕੇ ਕਨੌਜ ਨੂੰ ਬਣਾ ਲਿਆ ਸੀਗਾ, ਕਿਉਂਕਿ ਰਾਜਸ਼ਰੀ ਹਰਸ਼ਵਰਧਨ ਦੇ ਰਾਜਨੀਤਿਕ ਮਾਮਲਿਆਂ ਦੇ ਵਿੱਚ ਬਹੁਤ ਮਦਦ ਕਰਦੀ ਸੀ। ਇਸ ਕਰਕੇ ਹਰਸ਼ਵਰਧਨ ਨੇ ਥਾਨੇਸਵਰ ਦੀ ਜਗ੍ਹਾ ਬਦਲ ਕੇ ਕਨੌਜ ਨੂੰ ਆਪਣੀ ਰਾਜਧਾਨੀ ਬਣਾ ਲਿਆ ਸੀਗਾ। ਹਰਸ਼ਵਰਧਨ ਦਾ ਕਾਰਜਕਾਲ ਕਿੰਨਾ ਸੀਗਾ ਜੀ? 606 ਤੋਂ ਲੈ ਕੇ 647 ਤੱਕ। ਸੂਰਜ ਮੰਦਰ, ਜਿਸ ਨੂੰ ਕੋਨਾਰਕ ਮੰਦਰ ਵੀ ਕਿਹਾ ਜਾਂਦਾ, ਉਹ ਕਿਹੜੇ ਰਾਜ ਵਿੱਚ ਸਥਿਤ ਹੈ ਜੀ? ਮਦਰਾਸ, ਉੜੀਸਾ, ਕੇਰਲ, ਗੁਜਰਾਤ। ਸੋ ਸੂਰਜ ਮੰਦਰ, ਜਿਸ ਨੂੰ ਕੋਨਾਰਕ ਮੰਦਰ ਕਿਹਾ ਜਾਂਦਾ, ਉੜੀਸਾ ਦੇ ਵਿੱਚ ਸਥਿਤ ਹੈ ਜੀ। ਸੂਰਜ ਮੰਦਰ ਕਿਸ ਨੇ ਬਣਾਇਆ ਸੀਗਾ? ਗੰਗ ਵੰਸ਼ ਦੇ ਨਰਸਿੰਘ ਦੇਵ ਪਹਿਲਾ ਨੇ। ਕਿਸ ਨੇ ਬਣਾਇਆ ਸੀਗਾ ਜੀ? ਨਰਸਿੰਘ ਦੇਵ ਪਹਿਲਾ ਨੇ। ਸੂਰਜ ਮੰਦਰ ਉੜੀਸਾ ਦੇ ਵਿੱਚ ਸਥਿਤ ਹੈ, ਜਿਸ ਨੂੰ ਨਰਸਿੰਘ ਦੇਵ ਪਹਿਲਾ ਨੇ ਬਣਾਇਆ ਸੀ। ਸੂਰਜ ਮੰਦਰ ਨੂੰ ਕੋਨਾਰਕ ਮੰਦਰ ਵੀ ਕਿਹਾ ਜਾਂਦਾ। ਪੁਰਾਣਾਂ ਦਾ ਅਧਿਐਨ ਕਰਨ ਵਾਲਾ ਪਹਿਲਾ ਮੁਸਲਮਾਨ ਵਿਦਵਾਨ ਕੌਣ ਸੀ? ਉਹ ਕਿਹੜਾ ਵਿਦਵਾਨ ਸੀਗਾ ਜਿਸ ਨੇ ਪੁਰਾਣਾਂ ਦਾ ਸਭ ਤੋਂ ਪਹਿਲਾਂ ਅਧਿਐਨ ਕੀਤਾ? ਅਬੁਲ ਫਜ਼ਲ, ਅਲ-ਬਰੂਨੀ, ਇਤਸਿੰਗ, ਇਬਨ ਬਤੂਤਾ। ਸੋ ਰਾਈਟ ਆਨਸਰ ਜ਼ਰੂਰ ਕਮੈਂਟ ਦੇ ਵਿੱਚ ਦੱਸਿਓ ਜੀ। ਸੋ ਰਾਈਟ ਹੈ ਜੀ ਅਲ-ਬਰੂਨੀ। ਅਲ-ਬਰੂਨੀ ਪਹਿਲਾ ਅਜਿਹਾ ਮੁਸਲਮਾਨ ਵਿਦਵਾਨ ਸੀ ਜਿਸ ਨੇ ਸਭ ਤੋਂ ਪਹਿਲਾਂ ਪੁਰਾਣਾਂ ਦਾ ਅਧਿਐਨ ਕੀਤਾ ਸੀ। ਅਲ-ਬਰੂਨੀ ਕਿਸ ਦੇ ਰਾਜਕਾਲ ਦੇ ਵਿੱਚ ਸੀਗਾ ਜੀ? ਮਹਿਮੂਦ ਗਜ਼ਨਵੀ। ਯਾਦ ਰੱਖਿਓ ਜੀ, ਮਹਿਮੂਦ ਗਜ਼ਨਵੀ ਦੇ ਸਮੇਂ ਦੇ ਵਿੱਚ ਆਇਆ ਸੀ ਅਲ-ਬਰੂਨੀ। ਅਤੇ ਅਲ-ਬਰੂਨੀ ਦੀ ਪ੍ਰਸਿੱਧ ਰਚਨਾ ਤਹਿਕੀਕ-ਏ-ਹਿੰਦ। ਅਲ-ਬਰੂਨੀ ਦੀ ਪ੍ਰਸਿੱਧ ਰਚਨਾ ਕਿਹੜੀ ਸੀ ਜੀ? ਤਹਿਕੀਕ-ਏ-ਹਿੰਦ। ਮਹਿਮੂਦ ਗਜ਼ਨਵੀ ਦੇ ਰਾਜ ਵਿੱਚ ਆਇਆ ਸੀ ਅਤੇ ਪਹਿਲਾ ਵਿਦਵਾਨ ਸੀ ਪੁਰਾਣਾਂ ਦਾ ਅਧਿਐਨ ਕਰਨ ਵਾਲਾ। ਕਿਸ ਯੁੱਧ ਤੋਂ ਬਾਅਦ ਭਾਰਤ ਵਿੱਚ ਮੁਸਲਿਮ ਸ਼ਕਤੀ ਸਥਾਪਿਤ ਹੋਈ?
ਤਰਾਇਣ ਦਾ ਪਹਿਲਾ ਯੁੱਧ, ਤਰਾਇਣ ਦਾ ਦੂਜਾ ਯੁੱਧ, ਪਾਣੀਪਤ ਦਾ ਪਹਿਲਾ ਯੁੱਧ, ਪਾਣੀਪਤ ਦਾ ਦੂਜਾ ਯੁੱਧ। ਸੋ ਤਰਾਇਣ ਦੀ ਪਹਿਲਾ ਯੁੱਧ ਹੋਇਆ ਸੀ ਜੀ 1191 'ਚ। ਤਰਾਇਣ ਦਾ ਪਹਿਲਾ ਯੁੱਧ ਹੋਇਆ ਸੀ 1191, ਦੂਜਾ ਹੋਇਆ ਸੀ ਜੀ 1192 ਦੇ ਵਿੱਚ। ਪਾਣੀਪਤ ਦਾ ਪਹਿਲਾ ਯੁੱਧ ਹੋਇਆ ਸੀ 1526 ਦੇ ਵਿੱਚ। ਪਾਣੀਪਤ ਦਾ ਦੂਜਾ ਯੁੱਧ ਹੋਇਆ ਸੀ 1557 ਦੇ ਵਿੱਚ। ਸੋ ਕਿਹੜਾ ਯੁੱਧ ਸੀਗਾ ਜਿਸ ਦੇ ਵਿੱਚ ਮੁਸਲਿਮ ਸ਼ਕਤੀ ਸਥਾਪਿਤ ਹੋਈ? ਉਹ ਸੀ ਜੀ ਤਰਾਇਣ ਦਾ ਦੂਜਾ ਯੁੱਧ। ਕਿਸ ਦੇ ਵਿਚਕਾਰ ਹੋਇਆ ਸੀਗਾ? ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਦੇ ਵਿਚਕਾਰ। ਇਸ ਦੇ ਵਿੱਚ ਮੁਹੰਮਦ ਗੌਰੀ ਦੀ ਜਿੱਤ ਹੋਈ ਸੀ ਅਤੇ ਪ੍ਰਿਥਵੀ ਰਾਜ ਚੌਹਾਨ ਦੀ ਹਾਰ ਹੋਈ ਸੀ। ਇਸ ਤੋਂ ਬਾਅਦ ਭਾਰਤ ਵਿੱਚ ਮੁਸਲਿਮ ਸ਼ਕਤੀ ਸਥਾਪਿਤ ਕੀਤੀ ਗਈ ਸੀ ਦੂਜੇ ਯੁੱਧ ਤੋਂ ਬਾਅਦ। ਪਾਣੀਪਤ ਦੇ ਪਹਿਲੇ ਯੁੱਧ ਨਾਲ ਸਥਾਪਿਤ ਹੋਇਆ ਸੀਗਾ ਜੀ ਮੁਗਲ ਸਾਮਰਾਜ ਅਤੇ ਲੋਧੀ ਵੰਸ਼ ਦਾ ਅੰਤ ਹੋਇਆ ਸੀ। ਤਰਾਇਣ ਦੇ ਦੂਜੇ ਯੁੱਧ ਦੇ ਵਿੱਚ ਮੁਸਲਿਮ ਸ਼ਕਤੀ ਸਥਾਪਿਤ ਹੋਈ ਸੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਇਸ ਤੋਂ ਇਲਾਵਾ ਤੁਸੀਂ ਸਾਡੇ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਜੀ। ਅਵਧ ਦਾ ਅੰਤਿਮ ਨਵਾਬ ਕੌਣ ਸੀ? ਵਾਜਿਦ ਅਲੀ ਖਾਂ, ਵਜ਼ੀਰ ਅਲੀ, ਸਆਦਤ ਅਲੀ, ਸਿਰਾਜੁਦੌਲਾ। ਸੋ ਅਵਧ ਦਾ ਅੰਤਿਮ ਨਵਾਬ ਕੌਣ ਸੀਗਾ ਜੀ? ਅਵਧ ਦਾ ਅੰਤਿਮ ਨਵਾਬ ਵਾਜਿਦ ਅਲੀ ਖਾਂ। ਵਾਜਿਦ ਅਲੀ ਖਾਂ ਅਵਧ ਦਾ ਆਖਰੀ ਨਵਾਬ ਸੀਗਾ ਜੀ। ਡਲਹੌਜੀ ਦੇ ਸਮੇਂ 1856 ਦੇ ਵਿੱਚ, ਯਾਦ ਰੱਖਿਓ ਜੀ, ਡਲਹੌਜੀ ਦੇ ਸਮੇਂ 1856 ਦੇ ਵਿੱਚ ਅਵਧ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ ਗਿਆ ਸੀ। ਅਵਧ ਦੇ ਨਵਾਬ 'ਤੇ ਕਿਹੜਾ ਦੋਸ਼ ਲਗਾਇਆ ਗਿਆ ਸੀ ਕਿ ਉਹ ਆਪਣੇ ਰਾਜ ਭਾਗ ਨੂੰ ਸਹੀ ਤਰ੍ਹਾਂ ਨਹੀਂ ਸੰਭਾਲ ਰਿਹਾ। ਇਸ ਕਰਕੇ ਅਵਧ ਨੂੰ 1856 ਦੇ ਵਿੱਚ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ। 3 ਹੋਰ ਰਾਜ ਵੀ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤੇ ਗਏ ਸੀ। ਉਹ ਕਿਹੜੇ ਸੀ ਜੀ? 1848 ਦੇ ਵਿੱਚ 17 ਨੂੰ ਸ਼ਾਮਲ ਕੀਤਾ ਗਿਆ ਸੀ। 1848 ਦੇ ਵਿੱਚ 17 ਨੂੰ, 1853 ਦੇ ਵਿੱਚ ਝਾਂਸੀ ਨੂੰ, 1853 ਦੇ ਵਿੱਚ ਝਾਂਸੀ ਨੂੰ ਅਤੇ 1854 ਦੇ ਵਿੱਚ ਨਾਗਪੁਰ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ ਸੀ। ਯਾਦ ਰੱਖਿਓ ਜੀ, ਪੇਪਰ ਦੇ ਵਿੱਚ ਬਹੁਤ ਵਾਰ ਇਹ ਕੁਐਸਚਨ ਪੁੱਟ ਕਰਦੇ ਆ। ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ ਸੀ 1856 ਦੇ ਵਿੱਚ। 17 ਨੂੰ ਕੀਤਾ ਗਿਆ ਸੀ 1848 ਵਿੱਚ ਅਤੇ ਝਾਂਸੀ ਨੂੰ ਕੀਤਾ ਗਿਆ ਸੀ 1853 ਦੇ ਵਿੱਚ ਅਤੇ ਨਾਗਪੁਰ ਨੂੰ 1854 ਦੇ ਵਿੱਚ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕੀਤਾ ਗਿਆ। ਉਸ ਸਮੇਂ ਵਾਜਿਦ ਅਲੀ ਅਵਧ ਦਾ ਅੰਤਿਮ ਨਵਾਬ ਸੀ। ਬਲੈਕ ਹੋਲ, ਜਿਸ ਨੂੰ ਕਾਲ ਕੋਠੜੀ ਘਟਨਾ ਵੀ ਕਿਹਾ ਜਾਂਦਾ, ਕਿੱਥੇ ਵਾਪਰੀ ਸੀ? ਮੁਰਸ਼ਿਦਾਬਾਦ, ਢਾਕਾ, ਕਨੌਜ, ਕਲਕੱਤਾ। ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਘਟਨਾ ਜੀ ਬਲੈਕ ਹੋਲ ਘਟਨਾ। ਕਿੱਥੇ ਵਾਪਰੀ ਸੀ? ਕਲਕੱਤਾ ਦੇ ਵਿੱਚ। 20 ਜੂਨ 1756 ਨੂੰ 1756 ਦੇ ਵਿੱਚ ਜਦੋਂ ਬੰਗਾਲ ਦੇ ਨਵਾਬ ਸਿਰਾਜੁਦੌਲਾ ਨੇ ਕਲਕੱਤਾ ਦਾ ਨਾਮ ਬਦਲ ਕੇ ਅਲੀ ਨਗਰ ਰੱਖਿਆ ਸੀ। 1756 ਦੇ ਵਿੱਚ ਜਦੋਂ ਨਵਾਬ ਸਿਰਾਜੁਦੌਲਾ ਨੇ ਕਲਕੱਤਾ ਦਾ ਨਾਮ ਬਦਲ ਕੇ ਅਲੀ ਨਗਰ ਰੱਖ ਦਿੱਤਾ ਸੀ ਤਾਂ ਉਸ ਸਮੇਂ ਅੰਗਰੇਜ਼ਾਂ ਨੇ ਵਿਰੋਧ ਕੀਤਾ ਅਤੇ ਉਸ ਸਮੇਂ ਨਵਾਬ ਸਿਰਾਜੁਦੌਲਾ ਨੇ ਕੀ ਕੀਤਾ ਸੀ? 148 ਅੰਗਰੇਜ਼ ਕੈਦੀਆਂ ਨੂੰ ਕੈਦ ਕਰ ਦਿੱਤਾ ਸੀ ਉਸ ਦੇ ਵਿੱਚੋਂ, ਜਿਸ ਦੇ ਵਿੱਚੋਂ ਸਿਰਫ 23 ਕੈਦੀ ਹੀ ਬਚੇ ਸੀਗੇ। ਬਾਕੀ ਸਾਰੇ ਕੈਦੀ ਉਸ ਕੋਠੜੀ ਦੇ ਵਿੱਚ ਮਰ ਗਏ ਸੀਗੇ। ਇਸ ਘਟਨਾ ਨੂੰ ਬਲੈਕ ਹੋਲ ਜਾਂ ਕਾਲ ਕੋਠੜੀ ਘਟਨਾ ਕਿਹਾ ਜਾਂਦਾ। ਜ਼ਰੂਰ ਯਾਦ ਰੱਖਿਓ ਜੀ। 1756 ਦੇ ਵਿੱਚ ਨਵਾਬ ਸਿਰਾਜੁਦੌਲਾ ਨੇ ਕਲਕੱਤਾ ਦਾ ਨਾਮ ਬਦਲ ਕੇ ਅਲੀ ਨਗਰ ਰੱਖਿਆ ਸੀ, ਜਿਸ ਦਾ ਅੰਗਰੇਜ਼ਾਂ ਨੇ ਵਿਰੋਧ ਕੀਤਾ ਸੀ। ਤਾਂ ਨਵਾਬ ਸਿਰਾਜੁਦੌਲਾ ਨੇ 148 ਕੈਦੀਆਂ ਨੂੰ ਕੈਦ ਕਰ ਦਿੱਤਾ ਸੀ ਇੱਕ ਕੋਠੜੀ ਦੇ ਵਿੱਚ, ਜਿਸ ਦੇ ਵਿੱਚੋਂ ਸਿਰਫ 23 ਕੈਦੀ ਹੀ ਬਚੇ ਸਨ ਜਿਉਂਦੇ। ਅਤੇ ਇਸ ਘਟਨਾ ਨੂੰ ਇਤਿਹਾਸ ਦੇ ਵਿੱਚ ਕਾਲ ਕੋਠੜੀ ਘਟਨਾ ਦੇ ਨਾਮ ਨਾਲ
ਯਾਦ ਕੀਤਾ ਜਾਂਦਾ। ਬਕਸਰ ਦੇ ਯੁੱਧ ਸਮੇਂ ਦਿੱਲੀ ਦਾ ਸਮਰਾਟ ਕੌਣ ਸੀ? ਬਕਸਰ ਦਾ ਯੁੱਧ ਕਦੋਂ ਹੋਇਆ ਸੀਗਾ ਜੀ? 22 ਅਕਤੂਬਰ 1764 ਨੂੰ ਬਕਸਰ ਦਾ ਯੁੱਧ ਹੋਇਆ। ਬਕਸਰ ਦਾ ਯੁੱਧ 1764 ਦੇ ਵਿੱਚ ਹੋਇਆ ਜੀ। ਤਾਂ ਉਸ ਸਮੇਂ ਦਿੱਲੀ ਦਾ ਸਮਰਾਟ ਕੌਣ ਸੀ? ਬਹਾਦਰ ਸ਼ਾਹ ਜ਼ਫਰ, ਸ਼ਾਹ ਆਲਮ ਪਹਿਲਾ, ਸ਼ਾਹ ਆਲਮ ਦੂਜਾ, ਬੇਗਮ ਹਜ਼ਰਤ ਮਹਿਲ। ਤਾਂ ਉਸ ਸਮੇਂ ਸ਼ਾਹ ਆਲਮ ਦੂਜਾ ਦਿੱਲੀ ਦਾ ਸਮਰਾਟ ਸੀ ਜੀ। ਜਦੋਂ ਬਕਸਰ ਦਾ ਯੁੱਧ ਹੋਇਆ ਤਾਂ ਸ਼ਾਹ ਆਲਮ ਦੂਜਾ ਤੇ ਮੀਰ ਕਾਸਿਮ ਨੇ ਮਿਲ ਕੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ। ਅੰਗਰੇਜ਼ਾਂ ਦੀ ਸੈਨਾ ਦੀ ਅਗਵਾਈ ਕੀਤੀ ਸੀ ਜੀ ਹੈਕਟਰ ਮੁਨਰੋ ਨੇ। ਮੁਨਰੋ ਨੇ ਅੰਗਰੇਜ਼ਾਂ ਦੀ ਸੈਨਾ ਦੀ ਅਗਵਾਈ ਕੀਤੀ ਸੀ ਅਤੇ ਇਹਨਾਂ ਦੋਵੇਂ ਸਮਰਾਟ ਦੀ ਜੋ ਸੈਨਾ ਸੀ ਉਸ ਨੂੰ ਹਰਾਇਆ ਸੀਗਾ ਅਤੇ ਇਸ ਯੁੱਧ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਸੀ। 1857 ਦੇ ਵਿਦਰੋਹ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਲਾਰਡ ਡਲਹੌਜੀ, ਲਾਰਡ ਕੈਨਿੰਗ, ਲਾਰਡ ਆਕਲੈਂਡ, ਲਾਰਡ ਮੁਨਰੋ। 1857 ਦਾ ਜਦੋਂ ਵਿਦਰੋਹ ਹੋਇਆ, ਭਾਰਤ ਦੀ ਆਜ਼ਾਦੀ ਦਾ ਪਹਿਲਾ ਵਿਦਰੋਹ, ਤਾਂ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ? ਲਾਰਡ ਡਲਹੌਜੀ, ਕੈਨਿੰਗ, ਆਕਲੈਂਡ, ਮੁਨਰੋ। ਤਾਂ ਰਾਈਟ ਆਨਸਰ ਹੈ ਜੀ ਲਾਰਡ ਕੈਨਿੰਗ। ਲਾਰਡ ਕੈਨਿੰਗ ਉਸ ਸਮੇਂ ਭਾਰਤ ਦਾ ਗਵਰਨਰ ਜਨਰਲ ਸੀ। ਅਤੇ ਇੰਗਲੈਂਡ ਦਾ ਰਾਸ਼ਟਰਪਤੀ ਕੌਣ ਸੀ ਜੀ ਉਸ ਸਮੇਂ? ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਪਾਮਸਟਨ। ਪਾਮਸਟਨ ਉਸ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਅਤੇ ਲਾਰਡ ਕੈਨਿੰਗ ਭਾਰਤ ਦਾ ਗਵਰਨਰ ਜਨਰਲ ਸੀ। ਭਾਰਤੀ ਪੁਨਰਜਾਗਰਨ ਦਾ ਪਿਤਾ ਕਿਸ ਨੂੰ ਸਮਝਿਆ ਜਾਂਦਾ ਹੈ? ਰਾਜਾ ਰਾਮ ਮੋਹਨ ਰਾਏ, ਮਹਾਤਮਾ ਗਾਂਧੀ, ਸਵਾਮੀ ਦਯਾਨੰਦ ਸਰਸਵਤੀ, ਜੋਤੀਬਾ ਫੂਲੇ ਰਾਓ। ਸੋ ਰਾਈਟ ਆਨਸਰ ਹੈ ਜੀ ਰਾਜਾ ਰਾਮ ਮੋਹਨ ਰਾਏ। ਰਾਜਾ ਰਾਮ ਮੋਹਨ ਰਾਏ ਨੂੰ ਭਾਰਤੀ ਪੁਨਰਜਾਗਰਨ ਦਾ ਪਿਤਾ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਭਾਰਤ ਦੇ ਵਿੱਚ ਕਾਫੀ ਸੁਧਾਰ ਕੀਤੇ ਸੀ। 1828 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਨੇ ਬ੍ਰਹਮਾ ਸਮਾਜ ਦੀ ਸਥਾਪਨਾ ਕੀਤੀ ਸੀ। ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਸੀ 1828 ਦੇ ਵਿੱਚ ਅਤੇ ਉਹਨਾਂ ਦੇ ਯਤਨਾਂ ਦੇ ਸਦਕਾ ਹੀ 1829 ਦੇ ਵਿੱਚ ਵਿਲੀਅਮ ਬੈਂਟਿਕ ਨੇ 1829 ਦੇ ਵਿੱਚ ਵਿਲੀਅਮ ਬੈਂਟਿਕ ਨੇ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਸੀ। ਯਾਦ ਰੱਖਿਓ ਜੀ ਭਾਰਤੀ ਪੁਨਰਜਾਗਰਨ ਦਾ ਪਿਤਾ ਰਾਜਾ ਰਾਮ ਮੋਹਨ ਰਾਏ ਨੂੰ ਕਿਹਾ ਜਾਂਦਾ, ਜਿਨ੍ਹਾਂ ਨੇ 1828 ਦੇ ਵਿੱਚ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਸੀ ਅਤੇ 1829 ਦੇ ਵਿੱਚ ਰਾਜਾ ਰਾਮ ਮੋਹਨ ਰਾਏ ਦੇ ਯਤਨਾਂ ਦੇ ਸਦਕਾ ਵਿਲੀਅਮ ਬੈਂਟਿਕ ਨੇ ਸਤੀ ਪ੍ਰਥਾ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਸੀ। ਸੋ ਇਸ ਕਰਕੇ ਉਹਨਾਂ ਨੂੰ ਪੁਨਰਜਾਗਰਨ ਦਾ ਪਿਤਾ ਕਿਹਾ ਜਾਂਦਾ। ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? 1905, 1906, 1916, 1904। ਸੋ ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ ਸੀ ਜੀ? 1906 ਦੇ ਵਿੱਚ। 1906 ਦੇ ਵਿੱਚ ਢਾਕਾ ਦੇ ਵਿੱਚ ਹੋਈ ਸੀ ਜੀ। ਕਿੱਥੇ ਹੋਈ ਸੀ? ਢਾਕਾ ਦੇ ਵਿੱਚ। ਇਸ ਦਾ ਪਹਿਲਾ ਅਧਿਅਕਸ਼ ਕੌਣ ਸੀ? ਆਗਾ ਖਾਂ। ਆਗਾ ਖਾਂ ਇਸ ਦਾ ਪਹਿਲਾ ਅਧਿਅਕਸ਼ ਸੀ। 1906 ਦੇ ਵਿੱਚ ਢਾਕਾ ਦੇ ਵਿੱਚ ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕੀਤੀ ਗਈ ਸੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਸੋ ਇਸ ਵੀਡੀਓ ਦਾ ਕੱਲ੍ਹ ਨੂੰ ਟੈਸਟ ਵੀ ਲਿਆ ਜਾਣਾ, ਸੋ ਆਪ ਸਭ ਨੇ ਇਹ ਟੈਸਟ ਜ਼ਰੂਰ ਅਟੈਂਪਟ ਕਰਨਾ ਜੀ। ਜਦੋਂ ਰੌਲਟ ਐਕਟ ਪਾਸ ਹੋਇਆ ਤਾਂ ਉਸ ਸਮੇਂ ਭਾਰਤ ਦੇ ਵਾਇਸਰਾਏ ਕੌਣ ਸੀ? ਲਾਰਡ ਇਰਵਨ, ਲਾਰਡ ਰੀਡਿੰਗ, ਲਾਰਡ ਚੈਮਸਫੋਰਡ, ਲਾਰਡ ਬੈਵੇਲ। ਰੌਲਟ ਐਕਟ 1919 ਦੇ ਵਿੱਚ ਪਾਸ ਕੀਤਾ ਗਿਆ ਜੀ, ਜਿਸ ਦਾ ਕਾਫੀ ਵਿਰੋਧ ਵੀ ਹੋਇਆ ਸੀ ਅਤੇ ਜਲਿਆਂਵਾਲਾ ਬਾਗ ਦਾ ਜੋ ਹੱਤਿਆਕਾਂਡ ਸੀ ਉਹ ਵੀ ਇਸ ਐਕਟ ਦੀ ਬਦੌਲਤ ਹੀ ਹੋਇਆ ਸੀ। ਸੋ ਉਸ ਸਮੇਂ ਭਾਰਤ ਦੇ ਵਾਇਸਰਾਏ ਕੌਣ ਸੀ ਜੀ ਜਦੋਂ ਇਹ ਐਕਟ ਪਾਸ ਹੋਇਆ? ਉਦੋਂ ਸੀਗੇ ਜੀ ਲਾਰਡ ਚੈਮਸਫੋਰਡ। ਲਾਰਡ ਚੈਮਸਫੋਰਡ 1919 ਦੇ ਵਿੱਚ ਜਦੋਂ ਰੌਲਟ ਐਕਟ ਪਾਸ ਹੋਇਆ
ਤਾਂ ਉਸ ਸਮੇਂ ਦੇ ਵਾਇਸਰਾਏ ਸੀਗੇ। ਇਹਨਾਂ ਦਾ ਸਮਾਂ ਸੀ 1916 ਤੋਂ ਲੈ ਕੇ 1921 ਤੱਕ ਭਾਰਤ ਦੇ ਵਾਇਸਰਾਏ ਰਹੇ ਸੀਗੇ ਲਾਰਡ ਚੈਮਸਫੋਰਡ। ਹਰੀਜਨ ਸੇਵਕ ਸੰਘ ਦੇ ਸੰਸਥਾਪਕ ਕੌਣ ਸਨ? ਜੋਤੀਬਾ ਫੂਲੇ ਰਾਓ, ਡਾਕਟਰ BR ਅੰਬੇਡਕਰ, ਮਹਾਤਮਾ ਗਾਂਧੀ, VR ਸਿੰਧੇ। ਹਰੀਜਨ ਸੇਵਕ ਸੰਘ ਦੇ ਸੰਸਥਾਪਕ ਕੌਣ ਸੀ ਜੀ? ਮਹਾਤਮਾ ਗਾਂਧੀ। ਇਹਨਾਂ ਨੇ ਹਰੀਜਨ ਪੱਤਰਿਕਾ ਵੀ ਜਾਰੀ ਕੀਤੀ ਸੀ। ਸੋ ਇੱਕ ਵਾਰ ਪੇਪਰ ਦੇ ਵਿੱਚ ਵੀ ਆ ਚੁੱਕਿਆ ਜੀ ਇਹ। ਹਰੀਜਨ ਸੇਵਕ ਸੰਘ ਦੇ ਸੰਸਥਾਪਕ ਮਹਾਤਮਾ ਗਾਂਧੀ। ਬਾਰਦੌਲੀ ਸੱਤਿਆਗ੍ਰਹਿ ਕਿਸ ਦੀ ਅਗਵਾਈ ਵਿੱਚ ਹੋਇਆ? ਮਹਾਤਮਾ ਗਾਂਧੀ, ਵੱਲਭ ਭਾਈ ਪਟੇਲ, ਲੋਕਮਾਨਿਆ ਤਿਲਕ, ਗੋਪਾਲ ਕ੍ਰਿਸ਼ਨ ਗੋਖਲੇ। ਸੋ ਬਾਰਦੌਲੀ ਸੱਤਿਆਗ੍ਰਹਿ ਹੋਇਆ ਸੀ ਵੱਲਭ ਭਾਈ ਪਟੇਲ ਦੀ ਅਗਵਾਈ ਦੇ ਵਿੱਚ। ਬਾਰਦੌਲੀ ਸਥਾਨ ਦੇ ਵਿੱਚ ਕੀ ਹੋਇਆ ਕਿ ਅੰਗਰੇਜ਼ਾਂ ਨੇ ਲਗਾਨ ਟੈਕਸ ਕਾਫੀ ਲਗਾ ਦਿੱਤੇ ਸੀ। ਤਾਂ ਜਦੋਂ ਉੱਥੋਂ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਉਸ ਸਮੇਂ ਦੇ ਜੋ ਉੱਥੋਂ ਦੇ ਸਥਾਨਕ ਨੇਤਾ ਸੀ, ਉਹਨਾਂ ਦਾ ਕੀ ਨਾਮ ਸੀ? ਸਥਾਨਕ ਨੇਤਾ ਸੀ ਜੀ ਦੋ। ਉਹਨਾਂ ਨੇ ਵੱਲਭ ਭਾਈ ਪਟੇਲ ਨੂੰ ਸੱਦਾ ਪੱਤਰ ਭੇਜਿਆ ਸੀ ਉਹਨਾਂ ਦੀ ਅਗਵਾਈ ਕਰਨ ਦੇ ਲਈ, ਅਤੇ ਵੱਲਭ ਭਾਈ ਪਟੇਲ ਨੇ ਆਪਣੀ ਅਗਵਾਈ ਦੇ ਨਾਲ ਉਸ ਸੱਤਿਆਗ੍ਰਹਿ ਦੀ ਜਿੱਤ ਵੀ ਪ੍ਰਾਪਤ ਕੀਤੀ, ਅਤੇ ਜਿਸ ਕਾਰਨ ਵੱਲਭ ਭਾਈ ਪਟੇਲ ਨੂੰ ਉੱਥੋਂ ਦੀਆਂ ਔਰਤਾਂ ਨੇ ਸਰਦਾਰ ਦੀ ਉਪਾਧੀ ਵੀ ਪ੍ਰਦਾਨ ਕੀਤੀ ਸੀ। ਕਿਹੜੀ ਉਪਾਧੀ ਪ੍ਰਦਾਨ ਕੀਤੀ ਸੀ ਜੀ? ਸਰਦਾਰ। ਸੋ ਨੈਕਸਟ ਕਰਾਂਗੇ ਜੀ, ਭਾਰਤ ਵਿੱਚ ਅੰਗਰੇਜ਼ੀ ਸਿੱਖਿਆ ਦਾ ਆਰੰਭ ਕਰਨ ਵਾਲਾ ਅੰਗਰੇਜ਼? ਲਾਰਡ ਕਰਜ਼ਨ, ਮੈਕਾਲੇ, ਲਾਰਡ ਡਲਹੌਜੀ, ਲਾਰਡ ਰਿਪਨ। ਸੋ ਅੰਗਰੇਜ਼ ਅਧਿਕਾਰੀ ਕਿਹੜਾ ਸੀਗਾ ਜੀ ਜਿਸ ਦੀ ਬਦੌਲਤ ਭਾਰਤ ਵਿੱਚ ਅੰਗਰੇਜ਼ੀ ਸਿੱਖਿਆ ਦਾ ਆਰੰਭ ਹੋਇਆ? ਰਾਈਟ ਆਨਸਰ ਹੈ ਜੀ ਮੈਕਾਲੇ। ਮੈਕਾਲੇ ਨੇ 1835 ਦੇ ਵਿੱਚ ਵਿਲੀਅਮ ਬੈਂਟਿਕ ਦੇ ਕਾਲ ਵਿੱਚ ਇੱਕ ਸਿਫਾਰਸ਼ ਕੀਤੀ ਸੀ ਕਿ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਜਾਵੇ। ਤਾਂ ਲਾਰਡ ਬੈਂਟਿਕ ਨੇ 1835 ਦੇ ਵਿੱਚ, ਯਾਦ ਰੱਖਿਓ ਜੀ, 1835 ਦੇ ਵਿੱਚ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿੱਤਾ ਸੀ। ਸੋ ਸਟਾਰਟਿੰਗ ਕਰਨ ਵਾਲਾ ਕੌਣ ਸੀ ਅਧਿਕਾਰੀ? ਮੈਕਾਲੇ। ਬੰਦੇ ਮਾਤਰਮ ਗੀਤ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ? ਗੀਤਾਂਜਲੀ, ਆਨੰਦ ਮਠ, ਰਿਗਵੇਦ, ਕੁਰਾਨ। ਸੋ ਬੰਦੇ ਮਾਤਰਮ ਗੀਤ ਲਿਆ ਗਿਆ ਜੀ ਆਨੰਦ ਮਠ ਦੇ ਵਿੱਚੋਂ, ਜਿਸ ਦੀ ਰਚਨਾ ਕੀਤੀ ਹੈ ਬੈਂਕਮ ਚੰਦਰ ਚੈਟਰਜੀ ਨੇ। ਬੈਂਕਮ ਚੰਦਰ ਚੈਟਰਜੀ ਨੇ ਆਨੰਦ ਮਠ ਦੀ ਰਚਨਾ ਕੀਤੀ ਹੈ। ਆਨੰਦ ਮਠ ਦੇ ਵਿੱਚੋਂ ਗੀਤ ਲਿਆ ਗਿਆ ਬੰਦੇ ਮਾਤਰਮ, ਅਤੇ ਇਹ ਪਹਿਲੀ ਵਾਰ ਕਦੋਂ ਗਾਇਆ ਗਿਆ ਸੀਗਾ ਜੀ? ਪਹਿਲੀ ਵਾਰ ਕਦੋਂ ਗਾਇਆ ਗਿਆ ਸੀਗਾ ਜੀ? 1896 ਦੇ ਵਿੱਚ ਕਲਕੱਤਾ ਅਧਿਵੇਸ਼ਨ ਵਿੱਚ। 1896 ਦੇ ਕਲਕੱਤਾ ਅਧਿਵੇਸ਼ਨ ਦੇ ਵਿੱਚ ਪਹਿਲੀ ਵਾਰ ਬੰਦੇ ਮਾਤਰਮ ਗੀਤ ਗਾਇਆ ਗਿਆ ਸੀ। ਸੋ ਜਿਸ ਦੇ ਰਚੇਤਾ ਨੇ ਬੈਂਕਮ ਚੰਦਰ ਚੈਟਰਜੀ। ਸੁਭਾਸ਼ ਚੰਦਰ ਬੋਸ ਨੇ ਕਿਹੜੀ ਪਾਰਟੀ ਦੀ ਸਥਾਪਨਾ ਕੀਤੀ? ਅਭਿਨਵ ਭਾਰਤ, ਆਜ਼ਾਦ ਹਿੰਦ ਸੈਨਾ, ਇੰਡੀਪੈਂਡੈਂਟ ਲੇਬਰ ਪਾਰਟੀ, ਫਾਰਵਰਡ ਬਲਾਕ। ਸੋ ਸੁਭਾਸ਼ ਚੰਦਰ ਬੋਸ ਨੇ ਬਣਾਈ ਸੀ ਜੀ ਫਾਰਵਰਡ ਬਲਾਕ। ਜਦੋਂ 1939 ਵਿੱਚ, ਯਾਦ ਰੱਖੋ ਜੀ, 1939 ਦੇ ਵਿੱਚ ਤ੍ਰਿਪੁਰੀ ਅਧਿਵੇਸ਼ਨ ਦੇ ਵਿੱਚ ਸੁਭਾਸ਼ ਚੰਦਰ ਬੋਸ ਨੂੰ ਪਾਰਟੀ ਦਾ ਅਧਿਅਕਸ਼ ਬਣਾਇਆ ਗਿਆ ਸੀ। ਤਾਂ ਕੁਝ ਸਮੇਂ ਬਾਅਦ ਉਹਨਾਂ ਦੀ ਬੈਠਕ ਦੇ ਵਿੱਚ ਮਤਭੇਦ ਹੋ ਗਏ ਸੀਗੇ। ਤਾਂ 1939 ਵਿੱਚ ਸੁਭਾਸ਼ ਚੰਦਰ ਬੋਸ ਨੇ ਕਾਂਗਰਸ ਪਾਰਟੀ ਨੂੰ ਅਸਤੀਫਾ ਦੇ ਦਿੱਤਾ ਸੀ ਅਤੇ ਅਲੱਗ ਹੋ ਕੇ ਆਪਣੀ ਪਾਰਟੀ ਬਣਾਈ ਸੀ ਫਾਰਵਰਡ ਬਲਾਕ। ਦੱਖਣ ਦਾ ਸਮਰਾਟ ਦੀ ਉਪਾਧੀ ਕਿਸ ਮੁਗਲ ਸਮਰਾਟ ਨੇ ਧਾਰਨ ਕੀਤੀ? ਜਹਾਂਗੀਰ, ਔਰੰਗਜ਼ੇਬ, ਅਕਬਰ, ਸ਼ਾਹਜਹਾਂ। ਸੋ ਦੱਖਣ ਦਾ ਸਮਰਾਟ ਕਿਹਾ ਜਾਂਦਾ ਜੀ ਔਰੰਗਜ਼ੇਬ ਨੂੰ, ਕਿਉਂਕਿ ਉਹਨਾਂ ਨੇ ਦੱਖਣ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਅਤੇ ਦੱਖਣ ਦੀਆਂ ਜਿੱਤਾਂ ਜ਼ਿਆਦਾ ਪ੍ਰਾਪਤ ਕੀਤੀਆਂ। ਇਸੇ ਕਾਰਨ ਔਰੰਗਜ਼ੇਬ ਨੂੰ ਦੱਖਣ ਦਾ ਸਮਰਾਟ ਦੀ ਉਪਾਧੀ ਧਾਰਨ ਕੀਤੀ। ਅਕਬਰ ਤੋਂ ਇਲਾਵਾ ਹੋਰ ਕਿਹੜੇ ਸਮਰਾਟ ਨੇ ਦਰਬਾਰ ਵਿੱਚ 9 ਰਤਨ ਸਨ? ਅਸ਼ੋਕ, ਔਰੰਗਜ਼ੇਬ, ਚੰਦਰਗੁਪਤ ਦੂਜਾ, ਕਨਿਸ਼ਕ। ਸੋ ਰਾਈਟ ਹੈ ਜੀ ਚੰਦਰਗੁਪਤ ਦੂਜਾ ਅਜਿਹਾ
ਸਮਰਾਟ ਹੈ ਜਿਸ ਦੇ ਦਰਬਾਰ ਵਿੱਚ 9 ਰਤਨ ਸਨ, ਜਿਨ੍ਹਾਂ ਦੇ ਵਿੱਚੋਂ ਕਾਲੀਦਾਸ ਤੇ ਬਰਾਹਮਿਹਰ ਕਾਫੀ ਪ੍ਰਸਿੱਧ ਨੇ ਜੀ। ਕਾਲੀਦਾਸ ਤੇ ਬਰਾਹਮਿਹਰ ਕਾਫੀ ਪ੍ਰਸਿੱਧ ਰਤਨ ਨੇ। ਸੋ ਚੰਦਰਗੁਪਤ ਦੂਜੇ ਦੇ ਦਰਬਾਰ ਵਿੱਚ ਵੀ 9 ਰਤਨ ਸਨ। ਅਕਬਰ ਦੇ 9 ਰਤਨਾਂ ਵਿੱਚੋਂ ਪ੍ਰਸਿੱਧ ਕੌਣ ਸੀ ਜੀ? ਬੀਰਬਲ। ਈਰਾਨ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ? ਭਾਰਤ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਜੀ? ਸਮੁੰਦਰਗੁਪਤ ਨੂੰ। ਭਾਰਤ ਦਾ ਨੈਪੋਲੀਅਨ ਸਮੁੰਦਰਗੁਪਤ ਨੂੰ ਕਿਸ ਨੇ ਕਿਹਾ ਸੀ? B.A. ਸਮਿਥ ਨੇ। ਭਾਰਤ ਦਾ ਨੈਪੋਲੀਅਨ ਸਮੁੰਦਰਗੁਪਤ ਨੂੰ ਕਿਹਾ ਸੀ V.A. ਸਮਿਥ ਨੇ। ਤੇ ਈਰਾਨ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਜੀ? ਨਾਦਰ ਸ਼ਾਹ। ਰਾਈਟ ਆਨਸਰ ਨਾਦਰ ਸ਼ਾਹ ਨੂੰ ਈਰਾਨ ਦਾ ਨੈਪੋਲੀਅਨ ਕਿਹਾ ਜਾਂਦਾ। ਸੋ ਇਹ ਸੀ ਟੈਸਟ ਸੀਰੀਜ਼ 7ਵੀਂ ਦੇ ਮਹੱਤਵਪੂਰਨ 25 ਪ੍ਰਸ਼ਨ। ਮੈਨੂੰ ਉਮੀਦ ਹੈ ਕਿ ਆਪ ਸਭ ਨੇ ਵੀਡੀਓ ਜ਼ਰੂਰ ਧਿਆਨ ਦੇ ਨਾਲ ਵੇਖੀ ਹੋਏਗੀ ਅਤੇ ਆਪ ਸਭ ਦੇ ਲਈ ਇਹ ਵੀਡੀਓ ਬਹੁਤ ਫਾਇਦੇਮੰਦ ਹੋਏਗੀ। ਅਤੇ ਹੁਣ ਇਸ ਵੀਡੀਓ ਦੇ ਵਿੱਚੋਂ 5 ਪ੍ਰਸ਼ਨ ਤੁਹਾਨੂੰ ਪੁੱਟ ਕੀਤੇ ਜਾਣਗੇ, ਜਿਨ੍ਹਾਂ ਦੇ ਜਵਾਬ ਤੁਸੀਂ ਕਮੈਂਟਸ ਦੇ ਵਿੱਚ ਦੇਣੇ ਆ ਜੀ, ਤਾਂ ਕਿ ਤੁਹਾਡੀ ਤਿਆਰੀ ਵਧੀਆ ਢੰਗ ਨਾਲ ਹੋ ਸਕੇ। ਸੋ ਪਹਿਲਾ ਜੀ, ਸੁਭਾਸ਼ ਚੰਦਰ ਬੋਸ ਨੇ ਕਿਹੜੀ ਪਾਰਟੀ ਬਣਾਈ ਤੇ ਕਦੋਂ ਬਣਾਈ? ਸੁਭਾਸ਼ ਚੰਦਰ ਬੋਸ ਨੇ ਕਿਹੜੀ ਨਵੀਂ ਪਾਰਟੀ ਬਣਾਈ ਤੇ ਕਦੋਂ ਬਣਾਈ? ਅਵਧ ਦਾ ਅੰਤਿਮ ਨਵਾਬ ਕੌਣ ਸੀ ਤੇ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ? ਅਵਧ ਦਾ ਅੰਤਿਮ ਨਵਾਬ ਕੌਣ ਸੀ ਤੇ ਅਵਧ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਕਦੋਂ ਸ਼ਾਮਲ ਕੀਤਾ ਗਿਆ? ਭਾਰਤੀ ਪੁਨਰ ਜਾਗਰਣ ਦਾ ਪਿਤਾ ਕਿਸ ਨੂੰ ਸਮਝਿਆ ਜਾਂਦਾ ਹੈ? ਭਾਰਤੀ ਪੁਨਰ ਜਾਗਰਣ ਦਾ ਪਿਤਾ ਕਿਸ ਨੂੰ ਸਮਝਿਆ ਜਾਂਦਾ ਹੈ? ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? ਸੰਗਮ ਸਾਹਿਤ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਤੇ ਸੰਗਮ ਦਾ ਕੀ ਅਰਥ ਹੈ? ਸੰਗਮ ਸਾਹਿਤ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਤੇ ਸੰਗਮ ਦਾ ਕੀ ਅਰਥ ਹੈ? ਇਹਨਾਂ 5 ਪ੍ਰਸ਼ਨਾਂ ਦੇ ਜਵਾਬ ਆਪ ਸਭ ਨੇ ਕਮੈਂਟਸ ਦੇ ਵਿੱਚ ਜ਼ਰੂਰ ਦੇਣੇ ਆ ਜੀ। ਸੋ ਮੈਨੂੰ ਉਮੀਦ ਹੈ ਕਿ ਇਹ ਵੀਡੀਓ ਆਪ ਸਭ ਲਈ ਬਹੁਤ ਫਾਇਦੇਮੰਦ ਹੋਏਗੀ। ਇਸ ਤਰ੍ਹਾਂ ਦੀਆਂ ਟੈਸਟ ਸੀਰੀਜ਼ ਅਸੀਂ ਹਰ ਰੋਜ਼ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਅਤੇ ਇਸ ਵੀਡੀਓ ਦਾ ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਟੈਸਟ ਵੀ ਲਿਆ ਜਾਣਾ, ਜਿਸ ਦਾ ਰਿਜ਼ਲਟ ਸ਼ਾਮ 8 ਵਜੇ ਡਿਕਲੇਅਰ ਹੋਵੇਗਾ। ਤਾਂ ਆਪ ਸਭ ਇਸ ਟੈਸਟ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਵੀ ਅਟੈਂਪਟ ਕਰ ਸਕਦੇ ਹੋ। ਸੋ ਵੀਡੀਓ ਨੂੰ ਦੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।